ਸਤਿ ਸ਼੍ਰੀ ਅਕਾਲ। ਖਬਰਾਂ ਟੌਪ ਦੀਆਂ ਤੁਸੀਂ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਲੋਕਰਾਣ ਚੈਨਲ ਪੰਜਾਬੀ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸੁਪਰੀਮ ਕੋਰਟ ਤੋਂ ਪਈ ਝਾੜ। ਪਿਛਲੇ ਕੁਝ ਦਿਨਾਂ ਤੋਂ ਜਿਹੜੇ ਫੈਸਲੇ ਆ ਰਹੇ ਨੇ ਉਹ ਸਰਕਾਰ ਨੂੰ ਇਦਾਂ ਕਹਿ ਲਓ ਕਿ ਸ਼ਾਇਦ ਉਹ ਗਵਾਰਾ ਨਹੀਂ ਹੋਣਗੇ। ਸੁਪਰੀਮ ਕੋਰਟ ਦੇਸ਼ ਧਰੋਹ ਦੇ ਮਾਮਲੇ ਵਿੱਚ ਜਦੋਂ ਇਹ ਗੱਲ ਕਹਿੰਦਾ ਕਿ ਸਰਕਾਰ ਦੀ ਹੇਠੀ ਦੇਸ਼ ਧਰੋਹ ਨਹੀਂ ਹੋ ਸਕਦੀ, ਕਿ ਸਰਕਾਰ ਆਪਣੇ ਹੰਕਾਰ ਨੂੰ ਅੱਗੇ ਰੱਖ ਕੇ ਦੇਸ਼ ਧਰੋਹ ਕਿਸੇ ਤੇ ਨਹੀਂ ਮੜ ਸਕਦੀ, ਇਸ ਉੱਤੇ ਗੱਲਬਾਤ ਕਰਾਂਗੇ ਕਿ ਅੰਦੋਲਨ ਦੇ ਵਿਚਾਲੇ ਜਦੋਂ ਇੱਕ ਪਾਸੇ ਅੰਦੋਲਨ ਚੱਲ ਰਿਹਾ, ਦੂਜੇ ਪਾਸੇ ਸੁਪਰੀਮ ਕੋਰਟ ਤੋਂ ਇਹੋ ਜਿਹੇ ਫੈਸਲੇ ਆਣੇ, ਇਹੋ ਜਿਹਾ ਸਾਹਮਣੇ ਆਉਣਾ ਕਿ ਹਾਈ ਕੋਰਟ ਨੇ ਵੀ ਜਦੋਂ ਇਹੋ ਜਿਹੀ ਗੱਲ ਕਰ ਦੇਣੀ ਹੈ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਉਹ ਨਿਸ਼ਾਨੇ ਤੇ ਆਉਂਦੀ ਆ। ਦੂਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਬਜਟ ਇਜਲਾਸ ਚੱਲ ਰਿਹਾ। 2022 ਦੀਆਂ ਚੋਣਾਂ ਨੂੰ ਲੈ ਕੇ ਭਾਵੇਂ ਸਰਕਾਰ ਦਾ ਆਖਰੀ ਬਜਟ ਹੈ, ਪਰ ਚਰਚਾਵਾਂ ਉਸ ਤੋਂ ਪਹਿਲਾਂ ਇਹਦੇ ਸਭ ਦੇ ਵਿਚਾਲੇ ਆ ਰਹੀਆਂ ਨੇ। ਡੇਰਾ ਮੁਖੀ ਰਾਮ ਰਹੀਮ ਦੀਆਂ ਮਨਜੀਤ ਸਿੰਘ ਜੀਕੇ ਦਾ ਬਿਆਨ ਬੜਾ ਅਹਿਮੀਅਤ ਰੱਖਦਾ ਹੈ, ਬਾਦਲ ਪਰਿਵਾਰ ਦੇ ਲਈ ਵੀ ਤੇ ਪੰਜਾਬ ਦੀ ਸਿਆਸਤ ਦੇ ਲਈ ਵੀ। ਬ੍ਰਹਮਪੁਰਾ ਸਾਹਿਬ ਜਦੋਂ ਇਹ ਗੱਲ ਕਹਿੰਦੇ ਨੇ ਕਿ ਮੈਂ ਤਾਂ ਬਾਦਲਾਂ ਦਾ ਪਰਛਾਵਾਂ ਵੀ ਨਹੀਂ ਲੈਣਾ, ਇਹ ਵੀ ਇੱਕ ਵੱਡਾ ਬਿਆਨ ਹੋ ਜਾਂਦਾ ਜਦੋਂ ਸਿਆਸਤ ਦੇ ਵਿੱਚ 2022 ਦੀਆਂ ਇਲੈਕਸ਼ਨਸ ਦੀ ਤਿਆਰੀ ਚੱਲ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀਆਂ ਸਲਾਹਾਂ, ਕੈਪਟਨ ਸਰਕਾਰ ਨੂੰ ਹਰ ਵੇਲੇ ਕੋਸਣ ਵਾਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਉਸੇ ਐਕਟਿਵ ਮੋਡ ਵਿੱਚ ਆ ਗਏ ਨੇ। ਉਹ ਗੱਲ ਉਹੀ ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ, ਆਪਣੀ ਸਰਕਾਰ ਨੂੰ ਸਬਕ ਸਿਖਾਇਆ ਜਾ ਰਿਹਾ ਕਿ ਕਿੱਦਾਂ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਹੈਂਡਲ ਕਰਨਾ, ਕਿੱਦਾਂ ਕਿਸਾਨਾਂ ਦੇ ਲਈ, ਲੋਕਾਂ ਦੇ ਲਈ ਮਾਫੀਆ ਜਿਹੜਾ ਆ ਉਹਨਾਂ ਉੱਤੇ ਨਕੇਲ ਕੱਸਣੀ ਆ, ਉਹ ਸਭ ਦੇ ਦਿੱਤ। ਮੇਰੇ ਨਾਲ ਇਸ ਸਭ ਉੱਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਵਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਖਵਿੰਦਰ ਜੀ, ਤੁਹਾਡਾ ਵੀ ਧੰਨਵਾਦ ਹੈ ਜੀ। ਪਰਮਿੰਦਰ, ਜਿਸ ਤਰੀਕੇ ਦੇ ਨਾਲ ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਜਾਂ ਹਾਈ ਕੋਰਟ ਵੱਲੋਂ ਇਹ ਮਸਲੇ ਸਾਹਮਣੇ ਆ ਰਹੇ ਨੇ, ਪਹਿਲਾਂ ਮਸਲਾ ਦੱਸਿਓ ਕਿ ਜਿਸ ਦੇ ਉੱਤੇ ਕਿਹਾ ਕਿ ਦੇਸ਼ ਧਰੋਹ ਹਰ ਇੱਕ ਤੇ ਨਹੀਂ ਲਗਾਇਆ ਜਾ ਸਕਦਾ, ਜੇ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਤਾਂ ਉਹ ਦੇਸ਼ ਧਰੋਹੀ ਨਹੀਂ ਹੋ ਜਾਂਦਾ। ਹਾਂ ਬਿਲਕੁਲ ਸੁਖਵਿੰਦਰ ਜੀ, ਜਿੱਥੇ ਵੀ ਤੁਸੀਂ ਦੇਖਿਆ ਕਿ ਖਾਸ ਕਰ ਭਾਰਤ ਦੀ ਜੇ ਗੱਲ ਕਰੀਏ ਆਪਾਂ, ਜਿੱਥੇ ਕਿਤੇ ਵੀ ਕੋਈ ਸਰਕਾਰ ਦੇ ਵਿਰੁੱਧ ਬੋਲਦਾ ਹੈ ਜਾਂ ਕੋਈ ਵੀ ਸਰਕਾਰ ਦੇ, ਸੈਂਟਰ ਨਹੀਂ ਇਕੱਲੀ, ਜੇ ਸਟੇਟ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਕਰਦਾ, ਕੋਈ ਹੱਕਾਂ ਪ੍ਰਤੀ ਜਾਂ ਸੰਘਰਸ਼ ਕਰਦਾ ਕੋਈ, ਜਾਂ ਕੋਈ ਮਤਲਬ ਐਂ ਕਹਿ ਲਓ ਸੰਵਿਧਾਨਕ ਗੱਲ ਕਰਨ ਵਾਲਾ ਜਿਹੜਾ ਦੱਸੇ ਕਿ ਸਰਕਾਰ ਦੀਆਂ ਨੀਤੀਆਂ ਇੱਥੇ ਗਲਤ ਨੇ, ਇੱਥੇ ਸਰਕਾਰ ਗਲਤ ਆ, ਤਾਂ ਗਿਣਿਆ ਮਿਥਿਆ ਇੱਕ ਹਥਿਆਰ, ਜਿਹੜਾ ਕਹਿ ਲਓ ਗਿਣੀ ਮਿਥੀ ਇੱਕ ਸਾਜ਼ਿਸ਼ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ, ਉਸ ਚੀਜ਼ ਨੂੰ ਉਹ ਵਰਤਿਆ ਜਾਂਦਾ। ਉਹਦੇ ਵਿੱਚ ਦੇਸ਼ ਧਰੋਹ ਦਾ ਜਿਹੜਾ ਮਾਮਲਾ ਦਰਜ ਕਰ ਲਿਆ ਜਾਂਦਾ, ਉਹਨੂੰ ਉਸ ਦੇਸ਼ ਧਰੋਹ ਦੇ ਦੋਸ਼ਾਂ ਦੇ ਤਹਿਤ ਚੱਕ ਕੇ ਜੇਲ੍ਹ 'ਚ ਸੁੱਟ ਦਿਆ ਜਾਂਦਾ। ਹਾਲਾਂਕਿ ਹੁਣ ਸੁਪਰੀਮ ਕੋਰਟ ਤੋਂ ਤਾਜ਼ਾ ਮਾਮਲਾ ਜਿਹੜਾ ਹੈਗਾ ਉਹ ਫਾਰੂਕ ਅਬਦੁੱਲਾ ਦਾ ਉਹ ਆਇਆ, ਸਾਹਮਣੇ ਆਇਆ। ਉਹਦੇ ਵਿੱਚ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀਗੀ, ਜਿਹਦੇ ਵਿੱਚ ਕਿਹਾ ਗਿਆ ਸੀ ਕਿ 370 ਦੇ ਅਗੇਂਸਟ ਬੋਲਣਾ ਜਿਹੜਾ ਹੈਗਾ, ਇਹ ਬੋਲਦਾ ਬੰਦਾ ਫਾਰੂਕ ਅਬਦੁੱਲਾ ਨੂੰ ਕਿਹਾ ਸੀ ਵੀ ਇਹ ਬੋਲਦਾ ਤਾਂ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਹੈਗਾ ਇਹਦੇ 'ਤੇ ਦਾਇਰ ਕੀਤਾ ਗਿਆ। ਉਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਸਰਕਾਰ ਦੀਆਂ ਨੀਤੀਆਂ ਜਾਂ ਸਰਕਾਰ ਦੇ ਵਿਰੁੱਧ ਬੋਲਣਾ ਕੋਈ ਦੇਸ਼ ਧਰੋਹ ਨਹੀਂ ਹੁੰਦਾ, ਅਤੇ ਉਹਦੇ ਵਿੱਚ ਉਹਨੂੰ ਰਾਹਤ ਮਿਲੀ ਹੈ ਫਾਰੂਕ ਅਬਦੁੱਲਾ ਨੂੰ। ਉਹ ਖਾਰਜ ਕਰਤੀ ਹੈ ਪਟੀਸ਼ਨਰ ਸੀ ਜਿਹੜਾ, ਉਸ ਨੂੰ ਜੋ ਜਿੰਨੇ ਵੀ ਪਟੀਸ਼ਨਰ ਸੀਗੇ ਉਹਨਾਂ ਨੂੰ 50,000 ਰੁਪਏ ਜੁਰਮਾਨਾ ਕੀਤਾ ਗਿਆ। ਸੋ ਇਹ ਇੱਕ ਬਹੁਤ ਵੱਡਾ ਕਹਿ ਲਓ ਕਿ ਅਹਿਮ ਫੈਸਲਾ ਹੈਗਾ। ਇਹਦੇ ਵਿੱਚ ਜਿੱਦਾਂ ਹੁਣ ਅੰਦੋਲਨ ਦੇ ਵਿੱਚ ਤੁਸੀਂ ਦੇਖਿਆ ਕਿ ਅੰਦੋਲਨ ਦੀ ਗੱਲ ਕਰਨ ਵਾਲਾ, ਕਿਸਾਨਾਂ ਦੀ ਗੱਲ ਕਰਨ ਵਾਲਾ, ਅਤੇ ਜਾਂ ਸੰਵਿਧਾਨਕ ਗੱਲਾਂ ਕਰਨ ਵਾਲਾ, ਸੰਵਿਧਾਨਕ ਹੱਕਾਂ ਦੀ ਹਾਮੀ ਭਰਨ ਵਾਲਾ ਕੋਈ ਵੀ ਬੰਦਾ ਆ, ਉਹਨੂੰ ਚੱਕ ਕੇ ਦੇਸ਼ ਧਰੋਹ ਦਾ ਮੁਕੱਦਮਾ ਠੋਕ ਕੇ ਅੰਦਰ ਕਰ ਦਿੰਦੇ ਆ। ਸੋ ਜਿਹੜਾ ਇਹ ਹੁਣ ਅਹਿਮ ਫੈਸਲਾ ਸੁਪਰੀਮ ਕੋਰਟ ਨੇ ਲਿਆ, ਇਹਦੇ ਨਾਲ ਕਾਫੀ ਰਾਹਤ ਮਿਲੂਗੀ। ਜਿਹੜੇ ਖਾਸ ਕਰ ਬਿਨਾਂ ਗੱਲੋਂ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਇਹ, ਕਿ ਕੋਈ ਐਸਾ ਸਬੂਤ, ਕੋਈ ਐਸਾ ਗਵਾਹ, ਕੋਈ ਐਸੀ ਮੱਦ ਹੋਣੀ ਜ਼ਰੂਰ ਚਾਹੀਦੀ ਹੈ ਜਿਹਦੇ ਨਾਲ ਪਤਾ ਲੱਗੇ ਵੀ ਕਿ ਬੰਦੇ ਦੇ ਉੱਤੇ ਦੇਸ਼ ਧਰੋਹ ਦਾ ਮਾਮਲਾ ਜਿਹੜਾ ਦਰਜ ਹੋ ਸਕਦਾ ਜਾਂ ਨਹੀਂ ਹੋ ਸਕਦਾ। ਜੇ ਹੋ ਸਕਦਾ ਤਾਂ ਕਿਹਨਾਂ ਹਾਲਾਤਾਂ 'ਚ ਹੋ ਸਕਦਾ, ਜੇ ਉਹ ਸਾਬਤ ਨਹੀਂ ਹੁੰਦਾ ਤਾਂ ਕੀ ਹੋਊਗਾ, ਇਨਸਾਫ ਕਿਵੇਂ ਮਿਲੂਗਾ ਪੀੜਤ ਨੂੰ। ਜੇ ਗਲਤ ਮੁਕੱਦਮਾ ਦਰਜ ਕੀਤਾ ਜਾਂਦਾ ਇੱਦਾਂ ਦਾ, ਤਾਂ ਜਿਹੜੇ ਦਰਜ ਕਰਦੇ ਨੇ ਜਾਂ ਜਿਹੜੇ ਸਬੂਤ ਵਜੋਂ ਸਾਹਮਣੇ ਆਉਂਦੇ ਨੇ ਜਾਂ ਗਵਾਹੀ ਭਰਦੇ ਨੇ ਉਸ ਚੀਜ਼ ਦੀ, ਤਾਂ ਉਹਨਾਂ ਦੇ ਉੱਤੇ ਗਲਤ ਸਾਬਤ ਹੋਣ ਵੇਲੇ ਕੀ ਐਕਸ਼ਨ ਹੋਣਾ ਚਾਹੀਦਾ, ਇਹ ਸਾਰਾ ਕੁਛ ਕਰਨਾ ਚਾਹੀਦਾ। ਨਹੀਂ ਤਾਂ ਇੱਕ ਆਮ ਬੰਦਾ ਜਿਹੜਾ ਸੱਚੀ ਮੁੱਚੀ ਸਿਆਣਾ, ਸੱਚਾ ਆ, ਜਾਂ ਲੋਕਾਂ ਦੇ ਭਲੇ ਦੀ ਗੱਲ ਕਰਦਾ, ਤਾਂ ਉਹਦੇ ਉੱਤੇ ਇਸ ਤਰ੍ਹਾਂ ਦਾ ਮੁਕੱਦਮਾ ਠੋਕ ਕੇ ਉਹਨੂੰ ਅੰਦਰ ਕਰ ਦਿੰਦਾ। ਹਰਾਸ਼ ਕਰਨਾ,
ਕਈ ਮਹੀਨੇ ਜੇਲ੍ਹ ਦੇ ਵਿੱਚ ਰੱਖਣਾ, ਉਹ ਤੋਂ ਬਾਅਦ ਜ਼ਮਾਨਤਾਂ ਦੇ ਦਿੰਦੀਆਂ ਸੀ ਕੋਰਟ। ਅਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਉਹਨਾਂ ਤੋਂ ਰਾਹਤ ਮਿਲ ਸਕਦੀ ਹੈ, ਅਤੇ ਸੁਪਰੀਮ ਕੋਰਟ ਦਾ ਇਹ ਫੈਸਲਾ ਵੀ ਰਾਹਤ ਦਵਾਏਗਾ ਅੱਗੇ ਚੱਲ ਕੇ। ਬਿਲਕੁਲ ਬਿਲਕੁਲ। ਇਸ ਸਭ ਦੇ ਵਿਚਾਲੇ ਜੇ ਆਪਾਂ ਹੁਣ ਸਿਆਸਤ ਦੀ ਗੱਲ ਕਰੀਏ, ਪੰਜਾਬ 'ਚ ਜਿੱਦਾਂ ਇਹ ਸਿਆਸਤ ਚੱਲ ਰਹੀ ਹੈ, ਮਨਜੀਤ ਸਿੰਘ ਜੀਕੇ ਦਾ ਬਿਆਨ ਤੁਸੀਂ ਸੁਣਿਆ ਹੋਣਾ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ। ਚੋਣਾਂ ਤੋਂ ਪਹਿਲਾਂ ਇਹੋ ਜਿਹਾ ਦਾਅਵਾ ਕਰਨਾ, ਜਦੋਂ ਬਿਲਕੁਲ ਸਿਰ ਦੇ ਉੱਤੇ ਚੋਣਾਂ ਨੇ, ਅਕਾਲੀ ਦਲ ਕਾਂਗਰਸ ਦੇ ਵਾਅਦਿਆਂ ਨੂੰ ਲੈ ਕੇ ਲੋਕਾਂ ਵਿੱਚ ਜਾ ਰਿਹਾ ਕਿ ਕਿਹੜੇ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ, ਉਹ ਸਭ ਦੇ ਵਿਚਾਲੇ ਰਾਮ ਰਹੀਮ ਦੀ ਐਂਟਰੀ ਇੱਕ ਵਾਰ ਫਿਰ ਤੋਂ ਇਸ਼ਾਰਾ ਕਈ ਵਾਰ ਥਾਵਾਂ ਤੇ ਕਰਦਾ ਕਿ ਕੀ ਲੱਗਦਾ ਹੈ ਕਿ ਬੀਜੇਪੀ ਨੇ ਇਸ਼ਾਰਾ ਕੀਤਾ, ਬੀਜੇਪੀ ਨੇ ਥਾਪੜਾ ਦਿੱਤਾ ਕਿ ਅਕਾਲੀ ਦਲ ਨੂੰ ਜਿਹੜਾ ਇਸ ਮਸਲੇ ਦੇ ਉੱਤੇ ਘੇਰਿਆ ਜਾਵੇ, ਜਾਂ ਜੀਕੇ ਸਾਹਿਬ ਨੇ ਸੱਚਮੁੱਚ ਮਹਿਸੂਸ ਕੀਤਾ ਉਹਨਾਂ ਸਮਿਆਂ 'ਚ? ਨਹੀਂ ਦੇਖੋ, ਜਿਹੜੀ ਪ੍ਰੈਕਟੀਕਲ ਗੱਲ ਹੈਗੀ ਆ, ਮਨਜੀਤ ਸਿੰਘ ਜੀਕੇ ਨੇ ਤਾਂ ਹੰਢਾਈ ਆ। ਹੁਣ ਉਹ ਕਾਰਨ ਉਹਦੇ ਪਿੱਛੇ ਕੀ ਰਹੇ ਨੇ ਉਹ ਜ਼ਿਆਦਾ ਜੀਕੇ ਜਾਣਦੇ, ਜ਼ਿਆਦਾ ਜਾਂ ਫਿਰ ਅਕਾਲੀ ਦਲ ਬਾਦਲ ਜਾਣਦਾ। ਤੇ ਜਿਹੜਾ ਹੁਣ ਇਹ ਬਿਆਨ ਆਇਆ, ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਾਰਨ ਇਹ ਵੀ ਹੋ ਸਕਦਾ, ਪਰ ਇਹੀ ਕਾਰਨ ਨਹੀਂ। ਇੱਕ ਕਾਰਨ ਇਹ ਵੀ ਹੋ ਸਕਦਾ ਕਿ ਮਨਜੀਤ ਸਿੰਘ ਜੀਕੇ ਨੂੰ ਲਾਂਭੇ ਕਰਨ ਦਾ ਇਹ ਕਾਰਨ ਹੋ ਸਕਦਾ। ਇੱਕ ਹੋਰ ਬਹੁਤ ਸਾਰੇ ਕਾਰਨ ਹੋਣਗੇ। ਹੁਣ ਜਾ ਕੇ ਜਿਹੜੀ ਗੱਲ ਪੋਲਾਂ ਖੁੱਲ੍ਹ ਰਹੀਆਂ ਨੇ, ਮਨਜੀਤ ਸਿੰਘ ਜੀਕੇ ਵੀ ਹੁਣ ਸਾਹਮਣੇ ਆ ਰਹੇ ਆ। ਪਹਿਲਾਂ ਤੁਸੀਂ ਦੇਖਿਆ ਮਾਫੀਨਾਮੇ ਦੇ ਉੱਤੇ ਕਿੱਡਾ ਵੱਡਾ ਵਿਵਾਦ ਹੋਇਆ, ਬਵਾਲ ਹੋਇਆ, ਤੇ ਸੱਤਾ ਤੋਂ ਹੱਥ ਧੋਣੇ ਵੀ ਪਏ ਆ ਅਕਾਲੀ ਦਲ ਨੂੰ। ਸੋ ਹੁਣ ਤਾਂ ਜਾ ਕੇ ਜਿਹੜਾ ਸਾਰਾ ਕੁਛ ਹੈਗਾ ਚੋਣਾਂ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਰਿਹਾ। ਹੌਲੀ ਹੌਲੀ ਡੇਰਿਆਂ ਦਾ ਜਿਹੜਾ ਪ੍ਰਭਾਵ ਹੈਗਾ ਉਹ ਵੱਧਦਾ। ਜਦੋਂ ਚੋਣਾਂ ਆਉਂਦੀਆਂ ਨੇ ਉਦੋਂ ਡੇਰਿਆਂ ਦਾ ਪ੍ਰਭਾਵ ਵੱਧਦਾ। ਤੁਸੀਂ ਦੇਖਿਆ ਕਿ ਹੁਣ ਥੋੜ੍ਹੇ ਦਿਨਾਂ ਪਹਿਲਾਂ ਗੁਰਮੀਤ ਰਾਮ ਰਹੀਮ ਜੋ ਵੀ ਹੈਗਾ ਡੇਰਾ ਮੁਖੀ, ਉਹਨੇ ਇੱਕ ਚਿੱਠੀ ਵੀ ਕੱਢੀ ਹੈ ਹੁਣ, ਠੀਕ ਹੈ, ਕਿਸਾਨੀ ਅੰਦੋਲਨ ਦੀ ਗੱਲ ਕਰਦਾ ਕਿ ਚਾਹੁੰਦੇ ਹਾਂ ਅਸੀਂ ਕਿਸਾਨ ਔਰ ਸਰਕਾਰ ਜਿਹੜਾ ਹੈਗਾ ਮਿਲ ਬੈਠ ਕੇ ਗੱਲ ਕਰ ਲਵੇ, ਕੋਈ ਇੱਦਾਂ ਦਾ ਕੁਛ ਉਹਨੇ ਲਿਖ ਕੇ ਭੇਜਿਆ। ਤੋ ਇਹ ਸਰਗਰਮੀਆਂ ਤੇਜ਼ ਕਰਦੇ ਨੇ। ਤੁਸੀਂ ਦੇਖਿਆ ਕਿ ਥੋੜ੍ਹੇ ਦਿਨ ਪਹਿਲਾਂ, ਉਸ ਤੋਂ ਪਹਿਲਾਂ ਮਹੀਨਾ ਕੁ ਹੋਇਆ, ਤੇ ਬਾਹਰ ਵੀ ਕੱਢਿਆ ਗਿਆ, ਉਹਨੂੰ ਹਸਪਤਾਲ ਲਿਆਂਦਾ ਗਿਆ, ਜਾਂ ਕਿਸ ਤਰ੍ਹਾਂ ਕੀ ਹੋਇਆ ਹਰਿਆਣਾ ਸਰਕਾਰ ਦਾ, ਉਹਨੂੰ ਕਿਵੇਂ ਬਾਹਰ ਲੈ ਕੇ ਆਉਂਦੇ ਆ ਜੇਲ੍ਹ ਤੋਂ, ਕਿਹਨਾਂ ਚੀਜ਼ਾਂ, ਕਿਹਨਾਂ ਕਾਨੂੰਨਾਂ ਦੀ ਜਾਂ ਕਿਹਨਾਂ ਅਧਿਕਾਰਾਂ ਦੀ ਰੱਖਿਆ ਕਰਦੇ ਆ, ਸਰਕਾਰ ਕਿੱਦਾਂ ਦਾ ਫੈਸਲਾ ਲੈਂਦੀ ਆ। ਤੋ ਰਾਹਤ ਦੇਣਾ ਹਰਿਆਣਾ ਸਰਕਾਰ ਦਾ, ਜਾਂ ਇੱਦਾਂ ਦੇ ਮੁੱਦੇ ਜਿਹੜੇ ਹੁਣ ਉਭਾਰਨੇ, ਜਿਵੇਂ ਜੀਕੇ ਨੇ ਉਹਦਾ ਉਭਾਰਿਆ, ਹੁਣ ਉਹ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਤੇ ਹਰਿਆਣਾ ਵੱਲੋਂ ਜਿਹੜੀ ਨਰਮੀ ਵਰਤੀ ਜਾਂਦੀ ਹੈ ਡੇਰਿਆਂ ਨਾਲ ਜਾਂ ਡੇਰਾ ਮੁਖੀਆਂ ਨਾਲ, ਤਾਂ ਉਹਨਾਂ ਨੂੰ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਫਾਇਦਾ ਲੈਣ ਦੇ ਜਿਹੜੇ ਆਪਾਂ ਕਹਿ ਲਓ ਕਿ ਇੱਕ ਮੌਕੇ ਦਾ ਲਾਭ ਉਠਾਉਣਾ ਹੁੰਦਾ ਹੈ, ਫਾਇਦੇ ਲੈਣ ਦੇ ਮੌਕੇ ਹੁੰਦੇ ਨੇ, ਇਹਨਾਂ ਦਾ ਲਾਭ ਉਠਾਉਂਦੇ ਨੇ ਇਹਦੇ ਵਿੱਚ ਡੇਰਿਆਂ ਨੂੰ। ਤਾਂ ਹੁਣ ਜਿਵੇਂ ਗੁਰਮੀਤ ਰਾਮ ਰਹੀਮ ਦੀ ਗੱਲ ਕਰਦੇ ਹੋ, ਜਾਂ ਹੋਰ ਡੇਰੇ ਨੇ ਜਿੱਦਾਂ ਰਾਧਾ ਸੁਆਮੀ ਨੇ, ਜਾਂ ਨੂਰ ਮਹਿਲ ਦੇ ਡੇਰੇ ਨੇ, ਜਾਂ ਵੱਡੇ ਡੇਰੇ ਜਿਵੇਂ ਆਸ਼ੂਤੋਸ਼ ਵਰਗੇ, ਇਹਨਾਂ ਸਾਰਿਆਂ ਦੇ ਪੋਲੀਟੀਸ਼ੀਅਨਾਂ ਨਾਲ ਬੜੇ ਅੱਛੇ ਸੰਬੰਧ ਨੇ। ਤੁਸੀਂ ਦੇਖੋਗੇ ਵੱਡੇ ਲੀਡਰ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵਰਗੇ ਵੀ ਇਹਨਾਂ ਦੇ ਡੇਰਿਆਂ 'ਤੇ ਜਾ ਕੇ ਪੈਰੀਂ ਹੱਥ ਲਾਉਂਦੇ ਨੇ। ਵੋਟ ਬੈਂਕ ਨੇ ਉਹਨਾਂ ਦੇ ਵੱਡੇ। ਸੋ ਇਹਨਾਂ ਦਾ ਕਿਸੇ ਵੀ, ਚਾਹੇ ਅਕਾਲੀ ਦਲ, ਆਪਾਂ ਗੱਲ ਕਰਦੇ ਕਿ ਪੰਥਕ ਦੇ ਨਾਂ 'ਤੇ, ਪੰਥ ਦੇ ਨਾਂ 'ਤੇ ਪੰਥਕ ਪਾਰਟੀ ਕਹਾਉਣ ਵਾਲੀ ਪਾਰਟੀ ਆ, ਪਰ ਉਹ ਇਹਨਾਂ ਇਲਜ਼ਾਮਾਂ ਤੋਂ ਬਚੀ ਤਾਂ ਰਹੀ ਨਹੀਂ ਕਿਤੇ। ਜੇ ਆਪਾਂ ਕਹੀਏ ਕਿ ਪਾਕ ਸਾਫ ਹੈ ਉਹ, ਜਾਂ ਜੀਕੇ ਝੂਠ ਬੋਲ ਰਿਹਾ, ਇੱਦਾਂ ਦੀ ਕੋਈ ਗੱਲ ਤਾਂ ਰਹੀ ਨਹੀਂ ਹੈ। ਉਹ ਕਿਹੜੇ ਡੇਰੇ ਦੇ ਕੋਲ ਨਹੀਂ ਜਾਂਦੇ, ਬਾਦਲ ਸਾਹਿਬ ਦੇ, ਵੱਡੇ ਬਾਦਲ ਸਾਹਿਬ ਦਾ, ਜਾਂ ਸੁਖਬੀਰ ਸਿੰਘ ਬਾਦਲ ਦਾ, ਈਵਨ ਕਿ ਸਿਮਰਤ ਕੌਰ ਬਾਦਲ ਜਿਹੜੇ ਹੈਗੇ ਨੇ, ਉਹਨਾਂ ਦੀਆਂ ਫੋਟੋਆਂ ਬਕਾਇਦਾ ਤੌਰ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਨੇ, ਡੇਰੇਦਾਰਾਂ ਦੇ ਪੈਰਾਂ 'ਚ ਬੈਠੇ ਨੇ, ਠੀਕ ਹੈ। ਸੋ ਇਹ ਚੀਜ਼ਾਂ ਨੋਰਮਲ ਗੱਲਾਂ ਨੇ। ਹੁਣ ਜਿਉਂ-ਜਿਉਂ ਚੋਣਾਂ ਆਉਣਗੀਆਂ, ਡੇਰਿਆਂ ਦਾ ਪ੍ਰਭਾਵ ਵੱਧਦਾ ਜਾਊਗਾ, ਵੋਟ ਬੈਂਕ ਨਾਲ ਜੋੜ ਕੇ ਦੇਖਿਆ ਜਾਊਗਾ, ਇਹਨਾਂ ਨੂੰ ਰਾਹਤਾਂ ਵੀ ਮਿਲਣਗੀਆਂ। ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਤੋਂ ਫਾਇਦੇ ਲਏ, ਉਹਨਾਂ ਦੇ ਵਿਰੁੱਧ ਵੀ ਆਵਾਜ਼ਾਂ ਉੱਠਣਗੀਆਂ। ਜਿਹੜੀਆਂ ਪੰਥਕ ਹੋਣ ਵਾਲੀਆਂ ਨੇ ਉਹਨਾਂ ਦੇ ਸਬੂਤ ਨਸ਼ਰ ਹੋਣਗੇ। ਹੁਣ ਸਾਰਾ ਕੁਛ ਹੁੰਦਾ ਹੈਗਾ। ਸੋ ਇਹਦੇ ਵਿੱਚ ਕੋਈ ਅਤਕਥਨੀ ਵੀ ਨਹੀਂ ਹੈਗੀ ਕਿ ਇਹ ਫਾਇਦਾ ਨਹੀਂ ਲੈਂਦੇ ਨੇ, ਤੇ ਸਾਹਮਣੇ ਆ ਹੀ ਜਾ ਰਿਹਾ ਹੁਣ। ਜੀ ਬਿਲਕੁਲ। ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦਾ ਆਖਰੀ ਬਜਟ ਚੱਲ ਰਿਹਾ, ਨਵਜੋਤ ਸਿੱਧੂ ਦੀਆਂ ਸਲਾਹਾਂ ਨੂੰ ਕਿੱਦਾਂ ਦੇਖਦੇ ਹੋ? ਨਵਜੋਤ ਸਿੱਧੂ ਦੀ ਐਂਟਰੀ, ਪ੍ਰਗਟ ਸਿੰਘ ਜਿਹੜੇ ਨੇ ਉਹ ਵੱਖਰੇ ਸੁਰਾਂ ਦੇ ਵਿੱਚ ਨਵਜੋਤ ਸਿੱਧੂ ਦੇ ਨਾਲ ਹੋ ਕੇ ਤੁਰਦੇ ਨੇ, ਤੇ ਕੈਪਟਨ ਧੜਾ ਜਿਹੜਾ ਉਹ ਵੱਖਰਾ ਜਿਹੜਾ ਆ। ਹੁਣ ਕਿਤੇ ਨਾ ਕਿਤੇ ਲੱਗਦਾ ਹੈ ਕਿ 2022 ਨੂੰ ਲੈ ਕੇ ਕੋਈ ਨਵੀਂ ਰਣਨੀਤੀ ਜਾਂ ਆਪਣੇ ਪਰ ਤੋਲੇ ਜਾ ਰਹੇ ਨੇ, ਜਾਂ ਹਾਈ ਕਮਾਨ ਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਸਾਡੀ ਕਿੰਨੀ ਪੁੱਛ ਪ੍ਰਤੀਤ ਹੈ ਲੋਕਾਂ ਦੇ ਵਿੱਚ, ਸਾਡੀ ਕਿੰਨੀ ਅਹਿਮੀਅਤ ਹੈ, ਜਾਂ ਕੈਪਟਨ ਸਾਹਿਬ ਦੀ ਕਿੰਨੀ ਅਹਿਮੀਅਤ ਹੈ? ਬਿਲਕੁਲ। ਦੇਖੋ, ਹਰ ਇੱਕ ਬੰਦਾ ਚਾਹੁੰਦਾ ਹੈ ਜਦੋਂ ਸੱਤਾ ਦੇ ਵਿੱਚ ਆਉਣ ਦਾ ਸਮਾਂ ਹੁੰਦਾ, ਮੌਕਾ ਹੁੰਦਾ, ਉਹ ਮੌਕੇ ਦਾ ਲਾਭ ਉਠਾਉਂਦਾ ਹੀ ਆ। ਹੁਣ 2022 ਨੇੜੇ ਆ ਰਿਹਾ, ਤਾਂ ਨਵਜੋਤ ਸਿੰਘ ਸਿੱਧੂ ਜੇ ਚੁੱਪ ਬੈਠਦਾ ਤਾਂ ਉਹਦੇ ਕੋਲ ਪੱਲੇ ਕੁਛ ਵੀ ਨਹੀਂ ਰਹਿੰਦਾ। ਜੇ ਉਹਦਾ ਸੁਪਨਾ ਸੱਚੀ ਮੁੱਚੀ ਹੈ, ਉਹਨੇ ਲਿਆ ਹੀ ਹੈ, ਇਹ ਤਾਂ ਸਾਫ਼ ਹੀ ਹੈ ਨਾ ਹੁਣ, ਕਿ ਹੁਣ ਵਿਧਾਨ ਸਭਾ ਦੇ ਵਿੱਚ ਜਾਣਾ,
ਉੱਥੇ ਜਾ ਕੇ ਬਜਟ ਦੇ ਵਿੱਚ ਬੋਲਣਾ ਜਾਂ ਬਿਆਨਬਾਜ਼ੀ ਕਰਨੀ, ਬਜਟ ਦੇਖ ਕੇ ਬਾਅਦ 'ਚ ਆ ਕੇ ਵੀ ਬਜਟ ਕੀ ਹੁੰਦਾ, ਕਿਵੇਂ ਹੁੰਦਾ, ਕੀ ਹੋਣਾ ਚਾਹੀਦਾ, ਨੀਅਤ ਕਿਹਦੀ ਸਾਫ਼ ਨਹੀਂ, ਕਿਹਦੀ ਸਾਫ਼ ਹੋਣੀ ਚਾਹੀਦੀ ਆ, ਜਾਂ ਫਸਲਾਂ ਦੀ ਜਿਹੜੀ ਵਿਭਿੰਨਤਾ ਹੈਗਾ ਜਾਂ ਡਾਈਵਰਸੀਫਿਕੇਸ਼ਨ ਕਹਿੰਦੇ ਜਿਹਨੂੰ, ਉਹਦਾ ਬਜਟ, ਜਾਂ ਐਂ ਕਹਿਣਾ ਕਿ ਜੇ 5% ਲੈਂਡ ਜਿਹੜੀ ਨਜਾਇਜ਼ ਕਬਜ਼ਿਆਂ ਹੇਠ ਦੱਬੀ ਹੋਈ ਆ ਉਹੀ ਛਡਾ ਲਓ, ਪੰਜਾਬ ਦਾ ਕਰਜ਼ਾ ਉਤਰ ਜੂਗਾ, ਤੇ ਨੀਅਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ। ਸੋ ਇਹ ਗੱਲਾਂ ਕਰਕੇ ਜਿੱਥੇ ਲੋਕਾਂ ਦੇ ਵਿੱਚ ਜਿਹੜਾ ਅਕਸ ਉਹਦਾ ਗੁਆਚ ਰਿਹਾ ਸੀਗਾ, ਉਹਨੂੰ ਦੁਬਾਰਾ ਲੈ ਕੇ ਆਉਣਾ, ਉਹਨੂੰ ਦੁਬਾਰਾ ਅਕਸ ਨੂੰ ਆਪਣੇ ਨੂੰ ਸਾਫ਼ ਕਰਨ ਦੀ ਨੀਅਤ ਹੈ। ਉਹਦੇ ਨਾਲ ਇਹ ਵੀ ਹੈਗਾ ਕਿ ਕੈਪਟਨ ਦੇ ਉੱਤੇ ਜਿਹੜਾ ਦਬਾਅ ਪੈਣਾ, ਠੀਕ ਹੈ, ਜਿਵੇਂ ਰਾਵਤ ਬਹੁਤ ਦੇਰ ਤੋਂ ਇਹ ਗੱਲ ਕਰ ਰਹੇ ਨੇ ਕਿ ਕੈਪਟਨ ਦੇ ਔਰ ਸਿੱਧੂ ਦੇ ਵਿਚਾਲੇ ਇੱਕ ਪੁਲ ਦੀ ਤਰ੍ਹਾਂ ਕੰਮ ਕਰਨ, ਕੜੀ ਦੀ ਤਰ੍ਹਾਂ ਕੰਮ ਕਰਨ, ਤਾਂ ਕਿ ਇਹਨਾਂ ਦੇ ਜਿਹੜੇ ਸੰਬੰਧ ਨੇ ਉਹ ਅੱਛੇ ਹੋ ਸਕਣ। ਜਾਖੜ ਦੀ ਆਵਾਜ਼ ਉੱਠੀ ਸੀ ਥੋੜ੍ਹੀ ਜਿਹੀ, ਅਤੇ ਜਾਖੜ ਦੇ ਅਗੇਂਸਟ ਜਿਵੇਂ ਕਾਂਗਰਸ ਦੇ ਇੱਕਦਮ ਬਗਾਵਤ ਹੋਈ, ਤਾਂ ਉੱਥੋਂ ਸਾਫ਼ ਝਲਕ ਰਿਹਾ ਕਿ ਬਹੁਤ ਸਾਰੇ ਐਸੇ ਲੋਕ ਨੇ ਕਾਂਗਰਸ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ, ਜਿਹੜੇ ਚਾਹੁੰਦੇ ਨੇ ਕਿ ਕੈਪਟਨ ਦੁਬਾਰਾ ਫੇਰ ਮੁੱਖ ਮੰਤਰੀ ਦੇ ਤੌਰ 'ਤੇ ਆਵੇ। ਸੋ ਉਸ ਚੀਜ਼ ਦਾ ਲਾਹਾ ਲੈਣਾ, ਸਾਰੀਆਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਛਵੀ ਆਪਦਾ ਬੋਲ ਕੇ ਹਾਈ ਕਮਾਂਡ ਨੂੰ ਦੱਸਣਾ ਕਿ ਕੈਪਟਨ ਵੱਲੋਂ ਇਹ ਨਹੀਂ ਕੀਤਾ ਜਾ ਰਿਹਾ, ਤਾਂ ਕਿਉਂ ਨਹੀਂ ਕੀਤਾ ਜਾ ਰਿਹਾ, ਤਾਂ ਕਿ ਹਾਈ ਕਮਾਂਡ ਪੁੱਛੇ ਵੀ ਇਹ ਗੱਲਾਂ ਕਿਉਂ ਨਹੀਂ ਕੀਤੀਆਂ ਗਈਆਂ। ਅਤੇ ਤੀਜੀ ਗੱਲ ਹੈਗੀ, ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਬੰਦੇ, ਕੈਪਟਨ ਤੋਂ ਖਫਾ ਨੇ, ਉਹ ਨਾਲ ਜੁੜਨ ਵੀ। ਹੁਣ ਸਿੱਧੂ ਬੋਲ ਰਿਹਾ, ਬੇਬਾਕ ਬੋਲ ਰਿਹਾ, ਹਾਈ ਕਮਾਂਡ ਦੇ ਵਿੱਚ ਹੋ ਸਕਦਾ ਇਹਦੀ ਆਵਾਜ਼ ਨੂੰ ਬੁਲੰਦ ਕਰ ਲਵੇ ਹਾਈ ਕਮਾਂਡ, ਅਤੇ ਇਹਨੂੰ ਕੋਈ ਵੱਡਾ ਅਹੁਦਾ ਦੇ ਦੇਵੇ, ਜਾਂ ਚੋਣਾਂ ਦੇ ਬਾਅਦ ਕੋਈ CM ਵਰਗਾ ਜਾਂ ਉਪ ਮੁੱਖ ਮੰਤਰੀ ਵਰਗਾ ਚੋਣਾਂ ਤੋਂ ਬਾਅਦ ਜਿਹੜਾ ਹੈਗਾ ਉਹ ਦੇ ਦੇਵੇ ਅਹੁਦਾ। ਇਸ ਤਰ੍ਹਾਂ ਉਹ ਜੁੜਨਗੇ ਨਾਲ, ਉਸ ਦਾ ਫਾਇਦਾ ਹੁੰਦਾ ਹੈ ਪੰਜਾਬ ਨੂੰ ਜਾਂ ਨੁਕਸਾਨ ਹੁੰਦਾ, ਬਾਅਦ ਦੀਆਂ ਗੱਲਾਂ ਨੇ। ਲੇਕਿਨ ਕਾਂਗਰਸ ਦੇ ਵਿੱਚ ਜਿਹੜਾ ਦਫਾੜ ਹੋਣ ਦੀ ਗੱਲਾਂ ਚੱਲਦੀਆਂ ਸੀਗੀਆਂ, ਜਾਂ ਵੀ ਕਾਂਗਰਸ ਦੇ ਵਿੱਚ ਬਹੁਤ ਵੱਡਾ ਆਪਸੀ ਮਤਭੇਦ ਚੱਲ ਰਿਹਾ, ਉਹ ਸਾਹਮਣੇ ਆ ਰਿਹਾ ਹੁਣ। ਅਤੇ ਹੁਣ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਚੋਣਾਂ ਸਿੱਧੂ ਔਰ ਕੈਪਟਨ ਇਕੱਠੇ ਰਲ ਕੇ ਲੜਦੇ ਨੇ, ਜਾਂ ਵੱਖ ਹੋ ਕੇ ਲੜਦੇ ਨੇ, ਕਾਂਗਰਸ ਵੱਲੋਂ ਹੀ ਵੱਖ ਹੋ ਕੇ ਲੜਦੇ ਨੇ, ਜਾਂ ਸਿੱਧੂ ਆਪਣੀ ਵੱਖਰੀ ਪਾਰਟੀ ਲੈ ਕੇ ਕਾਂਗਰਸ ਦੇ ਵਿੱਚੋਂ ਕੁਛ MLA ਹੋਰ ਛਾਂਟ ਕੇ, ਜਿਵੇਂ ਪ੍ਰਗਟ ਸਿੰਘ ਸਿੱਧੂ ਦੇ ਨਾਲ ਬਿਲਕੁਲ ਚੱਲਦੇ ਰਿਹਾ, ਅਤੇ ਹੋਰ ਕਿੰਨੇ ਕੁ MLA ਨੇ ਜਿਹੜੇ ਕੈਪਟਨ ਦੇ ਖੇਮੇ 'ਚੋਂ ਬਾਹਰ ਆ ਕੇ ਸਿੱਧੂ ਦਾ ਸਾਥ ਦੇ ਸਕਦੇ ਨੇ। ਉਹ ਸਾਰਾ ਚੀਜ਼ਾਂ ਜਿਹੜੀਆਂ 2022 ਨੇੜੇ ਆਊਗੀ ਸਾਹਮਣੇ ਆਉਂਦਾ ਜਾਏਗਾ। ਜੀ ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।